ਸੋ ਅੱਜ ਦਾ ਜਿਹੜਾ ਸਾਡਾ ਵਚਨ ਆ ਉਹਦਾ ਵਿਸ਼ਾ ਆ ਕਿ ਜੇ ਅਗਰ ਕੋਈ ਰਾਏ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਪਹਾੜ ਪਿੱਛੇ ਆਉਂਦਾ ਤਾਂ ਖਤਮ ਤੋਂ ਪਹਾੜ ਪਿੱਛੇ ਆਉਂਦਾ। ਅਸੀਂ ਪੜ੍ਹਾਂਗੇ ਮਤੀ ਰਸੂਲ ਦੀ ਕਿਤਾਬ 17 ਬਾਬ ਦੀ 20 ਹੈ। ਕੁਛ ਦਿਨ ਪਹਿਲਾਂ ਅਸੀਂ ਇੱਕ ਪ੍ਰਚਾਰ ਕੀਤਾ ਸੀਗਾ ਔਰ ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਕਿਸੇ ਦਿਨ ਸਿਰਫ ਰਾਏ ਦੇ ਦਾਣੇ ਦੇ ਉੱਤੇ ਆਪਾਂ ਪ੍ਰਚਾਰ ਕਰਨਾ ਔਰ ਮੈਨੂੰ ਅੱਜ ਖੁਦਾ ਦੀ ਆਤਮਾ ਨੇ ਗਵਾਹੀ ਕੀਤਾ ਕਿ ਰਾਏ ਦੇ ਦਾਣੇ ਦੇ ਉੱਤੇ ਹੀ ਬੋਲਣਾ ਹੈ। ਮਤੀ ਰਸੂਲ ਦੀ ਕਿਤਾਬ 17 ਬਾਬ ਦੀ 20 ਹੈ। ਉਸਨੇ ਉਹਨਾਂ ਨੂੰ ਕਿਹਾ ਆਪਣੀ ਘੱਟ ਨਿਹਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ, ਜੇ ਅਗਰ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਜੇ ਅਗਰ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਥਾਂ ਚਲਿਆ ਜਾ, ਇਸ ਜਗ੍ਹਾ ਤੋਂ ਹਟ ਕੇ ਦੂਸਰੀ ਜਗ੍ਹਾ ਤੇ ਚਲਿਆ ਜਾ, ਉਹ ਚਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਨਹੋਣਾ ਨਾ ਹੋਵੇਗਾ। ਤੁਹਾਡੇ ਲਈ ਕੋਈ ਵੀ ਕੰਮ ਅਨਹੋਣਾ ਨਹੀਂ, ਕੋਈ ਵੀ ਗੱਲ ਅਸੰਭਵ ਜਾਂ ਨਾਮੁਮਕਿਨ ਨਹੀਂ। ਮੇਰੇ ਅਜ਼ੀਜ਼ੋ, ਬਹੁਤ ਵਾਰ ਆਪਾਂ ਇਹ ਵਚਨ ਪੜ੍ਹਿਆ ਆ, ਸੁਣਿਆ ਆ, ਸਮਝਿਆ ਵੀ ਹੋਊਗਾ, ਮੇਰੇ ਤੋਂ ਜ਼ਿਆਦਾ ਤੁਸੀਂ ਸਾਰੇ ਜਾਣਦੇ ਆ, ਲੇਕਿਨ ਮੈਂ ਅੱਜ ਇਸ ਗੱਲ ਦੇ ਉੱਤੇ ਪ੍ਰਚਾਰ ਕਰਨਾ ਚਾਹੁੰਦਾ ਹਾਂ ਕਿ ਜੇ ਅਗਰ ਪ੍ਰਭੂ ਯਿਸੂ ਮਸੀਹ ਨੇ ਇੱਥੇ ਕਿਹਾ ਕਿ ਸਿਰਫ ਰਾਈ ਦਾ ਦਾਣਾ, ਔਰ ਮੇਰੇ ਅਜ਼ੀਜ਼ੋ ਰਾਈ ਦਾ ਦਾਣਾ ਜਿਹੜਾ ਬਹੁਤ ਛੋਟਾ ਹੈ ਪਰ ਉਹਦੀ ਇੱਕ ਖਾਸ ਕੁਆਲਿਟੀ ਆ ਵੀ ਉਹ ਕਦੇ ਇੰਨਾ ਨਿਗਰਿਆ ਵੀ ਉਹ ਕਦੇ ਵੀ ਇੱਦਾਂ ਲਚੀਲਾਪਨ ਹੈ ਨਹੀਂ ਉਹਦੇ ਵਿੱਚ, ਬਹੁਤ ਨਿਗਰਿਆ। ਮੈਂ ਇਸ ਗੱਲ ਦੇ ਉੱਤੇ ਵਿਚਾਰ ਕਰ ਰਿਹਾ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਇੱਥੇ ਸਿਰਫ ਰਾਈ ਦੇ ਦਾਣਾ ਜਿੰਨਾ ਕਿਉਂ ਕਿਹਾ, ਔਰ ਰਾਈ ਦਾ ਦਾਣਾ ਬਹੁਤ ਛੋਟਾ ਹੈ, ਸਾਰਿਆਂ ਤੋਂ ਛੋਟਾ ਹੈ। ਉਹਦੇ ਅੰਦਰ ਇੱਕ ਬਹੁਤ ਵੱਡੀ ਕੁਆਲਿਟੀ ਆ, ਬਹੁਤ ਉਹ ਨਿਗਰਿਆ, ਸੋਲਿਡ ਆ, ਉਹ ਛੇਤੀ ਟੁੱਟਦਾ ਨਹੀਂ। ਔਰ ਮੇਰੇ ਜਿਹੜਾ ਉੱਥੇ ਅੱਗੇ ਜਾ ਕੇ ਕਿਹਾ ਵੀ ਜੇ ਅਗਰ ਕੋਈ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਪਹਾੜ ਇਸ ਜਗ੍ਹਾ ਤੋਂ ਹਟ ਕੇ ਦੂਸਰੀ ਜਗ੍ਹਾ ਤੇ ਚਲਿਆ ਜਾਏ, ਸੱਚਮੁੱਚ ਉਨੀ ਨਿਹਚਾ ਦੇ ਨਾਲ ਉਹ ਪਹਾੜ ਇਸ ਜਗ੍ਹਾ ਤੋਂ ਹਿੱਲ ਕੇ ਦੂਸਰੀ ਜਗ੍ਹਾ ਚੱਲ ਜਾਊਗਾ। ਆਓ ਫਿਰ ਆਪਾਂ ਦੇਖੀਏ ਵੀ ਇਹ ਜਿਹੜਾ ਪਹਾੜ ਆ, ਕੀ ਇਹ ਹਿਮਾਲਿਆ ਪਰਬਤ ਆ? ਇਹ ਕਿਹੜਾ ਪਹਾੜ ਆ? ਇਹ ਮੇਰੇ ਅਜ਼ੀਜ਼ੋ 7 ਤਰ੍ਹਾਂ ਦੇ ਪਹਾੜ ਆ, ਜਿਹੜਾ ਕਿ ਦੁੱਖਾਂ ਦਾ, ਬਿਮਾਰੀਆਂ ਦਾ, ਸੰਕਟਾਂ ਦਾ, ਘਰ ਦੇ ਵਿੱਚ ਕਲਾ ਕਲੇਸ਼ ਦਾ, ਨਾ ਬਰਕਤੀ ਦਾ, ਔਰ ਹੋ ਸਕਦਾ ਕਿ ਦੁਸ਼ਟ ਆਤਮਾਵਾਂ ਦਾ, ਜਾਦੂ ਟੂਣਿਆਂ ਦਾ, ਔਰ ਸਾਡੇ ਕਈ ਵਾਰ ਹੋਰ ਘਰਾਂ ਦੇ ਵਿੱਚ ਕਈ ਸਾਡੀਆਂ ਪਰਸਨਲ ਪ੍ਰੋਬਲਮ ਆ ਜਾਂਦੀਆਂ ਜਿਹੜੀਆਂ ਕਿ ਆਪਾਂ ਇੱਕ ਦੂਸਰੇ ਨੂੰ ਦੱਸ ਨਹੀਂ ਸਕਦੇ। ਕਰਜ਼ੇ ਦਾ ਪਹਾੜ ਆ, ਬਹੁਤ ਅਸੀਂ ਸਾਰੀ ਜ਼ਿੰਦਗੀ ਕੰਮ ਕਰੀ ਜਾਂਦੇ ਸਾਡਾ ਸੂਚੀ ਨਹੀਂ ਆਉਂਦਾ। ਉਹ ਸਾਡੇ ਸਾਹਮਣੇ ਇੱਕ ਪਹਾੜ ਆ, ਸਾਡੇ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਸਾਡੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪਹਾੜ ਆ। ਔਰ ਜਿਹੜਾ ਉਹ ਪਹਾੜ ਆ ਉਹ ਸਿਰਫ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਹੀ ਜਾ ਸਕਦਾ ਹੈ, ਹਿੱਲ ਸਕਦਾ ਹੈ। ਪਰ ਰਾਈ ਦਾ ਦਾਣਾ ਜਿਹੜਾ ਆ ਬਹੁਤ ਨਿੱਗਰ ਆ। ਔਰ ਮੇਰੇ ਇਸ ਤੋਂ ਅਫਸੋਸ ਇਸ ਗੱਲ ਦਾ ਕਿ ਸਾਡੇ ਅੰਦਰ ਉਹ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੈ ਨਹੀਂਗਾ, ਕਿਉਂਕਿ ਜੇਕਰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੋਊਗਾ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ। ਸਾਡੇ ਅੰਦਰੋਂ ਜਿਹੜਾ ਕਲਾ ਕਲੇਸ਼ ਆ, ਸਾਡੇ ਅੰਦਰ ਜਿਹੜਾ ਗਰੀਬੀ ਦਾ ਪਹਾੜ ਆ, ਕਰਜ਼ੇ ਦਾ ਪਹਾੜ ਆ, ਦੁੱਖਾਂ ਦਾ, ਸੰਕਟਾਂ ਦਾ, ਬਿਮਾਰੀਆਂ ਦਾ, ਉਹ ਸਾਰੇ ਖਤਮ ਹੋ ਜਾਣਗੇ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰੇ ਕਿਹਾ ਹੋਏ ਸ਼ਬਦ ਕਦੇ ਵੀ ਟਲ ਨਹੀਂ ਸਕਦੇ। ਮੇਰੇ ਜ਼ਿੰਦਗੀ ਕਦੀ ਹੋ ਹੀ ਨਹੀਂ ਸਕਦਾ ਵੀ ਜੇ ਅਗਰ ਸਾਡੇ ਅੰਦਰ ਇੱਕ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਊਗੇ, ਉਹਦੇ ਜਿੰਨੀ ਵਿਸ਼ਵਾਸ ਹੋਊਗਾ ਤਾਂ ਉਹ ਜਿਹੜਾ ਦੁੱਖਾਂ ਦਾ, ਮੁਸੀਬਤਾਂ ਦਾ, ਹੋਰ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਦਾ ਪਹਾੜ ਆ, ਉਹ ਨਾ ਹਿੱਲੇ। ਇਨਸਾਨ ਝੂਠ ਬੋਲ ਸਕਦਾ ਲੇਕਿਨ ਖੁਦਾ ਕਦੇ ਵੀ ਝੂਠ ਨਹੀਂ ਬੋਲਦਾ। ਔਰ ਜਿਹੜੀ ਗੱਲ ਲਿਖੀ ਪਈ ਆ ਇਹ ਤਾਂ ਟੱਲ ਆ ਵੀ ਇਹ ਹੋ ਹੀ ਨਹੀਂ ਸਕਦਾ ਵੀ ਉਹ ਗੱਲ ਇੱਧਰ ਉੱਧਰ ਹੋ ਜਾਵੇ। ਮੇਰੇ ਅਜ਼ੀਜ਼ੋ, ਅਸੀਂ ਆਪਣੇ ਅੰਦਰ ਉਸ ਰਾਈ ਦੇ ਦਾਣੇ ਜਿੰਨੀ ਵਿਸ਼ਵਾਸ ਔਰ ਨਿਹਚਾ ਪੈਦਾ ਕਰਦੇ ਹਾਂ। ਔਰ ਕਦੀ ਕਦੀ ਜਦੋਂ ਅਸੀਂ ਨਵੇਂ ਮਸੀਹ ਦੇ ਵਿੱਚ ਆਉਂਦੇ ਹਾਂ, ਕੁਛ ਇੱਕ ਮਸਲੇ ਸਾਡੇ ਹੱਲ ਹੋ ਜਾਂਦੇ ਆ, ਕੁਛ ਰਹਿ ਜਾਂਦੇ, ਜਿਹੜੇ ਰਹਿ ਜਾਂਦੇ ਉਹ ਤੋਂ ਅਸੀਂ ਪ੍ਰਭੂ ਤੋਂ ਪਿੱਛੇ ਹੋ ਜਾਂਦੇ। ਔਰ ਜਿਹੜੀਆਂ ਪਹਿਲੋਂ ਦੀਆਂ ਕੀਤੀਆਂ ਪਈਆਂ ਸਾਡੇ ਨਾਲ ਵਫਾਦਾਰੀਆਂ, ਭਲਾਈਆਂ, ਮਿਹਰਬਾਨੀਆਂ, ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ।
ਇੱਕ ਛੋਟੀ ਜਿਹੀ ਪ੍ਰੋਬਲਮ ਦੀ ਅਗਰ ਸਾਡੀ ਹੱਲ ਨਹੀਂ ਹੁੰਦੀ ਤਾਂ ਉਹ ਅਸੀਂ ਕਹਿ ਦਿੰਦੇ ਵੀ ਪ੍ਰਭੂ ਸਾਡੀ ਸੁਣਦਾ ਹੀ ਨਹੀਂ। ਪ੍ਰਭੂ ਨੇ ਸਾਡੀਆਂ ਦੁਆਵਾਂ ਦਾ ਜਵਾਬ ਨਹੀਂ ਦਿੱਤਾ, ਸਾਡੀਆਂ ਰੋਜ਼ੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੱਤਾ। ਔਰ ਉਹਦਾ ਕਾਰਨ ਕੀ ਕਿ ਸਾਡੇ ਅੰਦਰ ਉਹ ਜਿਹੜੀ ਨੇਚਾ ਆ ਉਹ 'ਚ ਲਚੀਲਾਪਨ ਆ ਗਿਆ, ਉਹ ਖਿਸਕ ਗਿਆ। ਕਿਉਂਕਿ ਜਦ ਤੱਕ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ ਅੜੇ ਔਰ ਖੜੇ ਨਹੀਂ ਰਹਿੰਦੇ ਉਨੀ ਦੇਰ ਤੱਕ ਉਹ ਮਸਲੇ, ਉਹ ਪਹਾੜ ਉੱਥੋਂ ਨਹੀਂ ਖਿਸਕਣੇ। ਉਹ ਜਿਹੜੇ ਮਸਲੇ ਆ, ਉਹਦੇ ਪਹਾੜ ਆ, ਮੁਸ਼ਕਲਾਂ ਦੇ ਪਹਾੜ ਆ, ਉਹ ਸਿਰਫ ਉਨੀ ਨੇਚਾ ਦੇ ਨਾਲ ਹੀ ਖਿਸਕਣੇ ਆ। ਔਰ ਉਹ ਰਾਜ ਦਾ ਦਾਣਾ ਸਾਨੂੰ ਇਹ ਲੈਸਨ ਦੇ ਰਿਹਾ ਕਿ ਕਦੇ ਵੀ ਅਸੀਂ ਆਪਣੇ ਵਿਸ਼ਵਾਸ ਤੋਂ ਡਗਮਗਾਉਣਾ ਨਹੀਂ, ਚਾਹੇ ਜੋ ਮਰਜ਼ੀ ਹੋ ਜਾਵੇ। ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਹਰ ਹਾਲ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ, ਚਾਹੇ ਦੁੱਖ, ਚਾਹੇ ਸੰਕਟ, ਚਾਹੇ ਬਿਮਾਰੀ, ਜੋ ਮਰਜ਼ੀ ਹੋ ਜਾਵੇ, ਚਾਹੇ ਬਿਜ਼ਨਸ ਦੇ ਘਾਟੇ ਪੈ ਜਾਣ, ਕਦੀ ਵੀ ਪਿੱਛੇ ਨਹੀਂ ਮੁੜਨਾ। ਖੁਦਾ ਦਾ ਪਾਕ ਕਲਾਮ ਕਹਿ ਰਿਹਾ ਕਿ ਹਲ ਦੇ ਉੱਤੇ ਹੱਥ ਰੱਖ ਕੇ ਕਦੀ ਵੀ ਪਿੱਛੇ ਨਹੀਂ ਮੁੜਨਾ। ਔਰ ਮੇਰੇ ਭਾਈ ਸਾਹਿਬ ਮੈਨੂੰ ਕਹਿ ਰਹੇ ਸੀ ਕਿ ਆਪਾਂ ਲਿਖ ਕੇ ਲਾਉਣਾ ਵੀ ਹਲ ਦੇ ਉੱਤੇ ਹੱਥ ਰੱਖ ਕੇ ਕਦੀ ਪਿੱਛੇ ਨਹੀਂ ਮੁੜਨਾ। ਮੇਰੇ ਜਦੋਂ ਚਾਹੇ ਜੋ ਮਰਜ਼ੀ ਹੋ ਜਾਵੇ, ਅਜੂ ਆਪਣੇ ਵਿਸ਼ਵਾਸ ਤੋਂ ਕਦੀ ਵੀ ਡਗਮਗਾਇਆ ਨਹੀਂ। ਉਹਦੀ ਘਰਵਾਲੀ ਉਹਨੂੰ ਮਿਹਣੇ ਮਾਰ ਰਹੀ ਆ, ਉਹਦੇ ਘਰਵਾਲੀ ਉਹਨੂੰ ਤਾਨੇ ਮਾਰ ਰਹੀ ਆ, ਉਹਦਾ ਸਮਾਜ, ਉਹਦੇ ਯਾਰ ਦੋਸਤ ਸਾਰੇ ਉਹਨੂੰ ਤਾਨੇ ਮਾਰ ਰਹੇ ਵੀ ਤੂੰ ਕਿਹੋ ਜਿਹਾ ਰੱਬ ਨੂੰ ਮੰਨਦਾ, ਜਿਹਨੇ ਸਾਰਾ ਕੁਛ ਲੈ ਲਿਆ। ਉਹ ਕਹਿੰਦਾ ਭਰੀਏ ਲੋਕੇ, खुदावंद ने लिया, खुदावंद ने लिया, खुदावंद ने दिया, खुदावंद ने लिया, उसी का नाम मुबारक है। और मेरे अज़ीज़ो अयूब सानू यही सिखाਉਂਦਾ कि देण वाला भी होएगा तो लैण वाला भी यही आ। ਆਪਾਂ ਕਹੋਗੇ हर हाल ਦੇ ਵਿੱਚ परमेश्वर ਨੂੰ ਮੁਬਾਰਕ ਕਹਿਣਾ, हर रोज प्रभु ਨੂੰ ਕਹਿਣਾ कि हे मेरी जान यहोवा ਨੂੰ ਮੁਬਾਰਕ ਕਰ, हे मेरे एक एक ਸਾਹ यहोवा ਨੂੰ ਮੁਬਾਰਕ ਕਰ, ऐ मेरे एक एक खून ਦੇ ਕਤਰੇ यहोवा ਨੂੰ ਮੁਬਾਰਕ ਕਰ। खुदा ਸਾਡੇ ਅੰਦਰੋਂ ਇਹੋ ਜਿਹੀ ਨੇਚਾ, ਇਹੋ ਜਿਹਾ ਵਿਸ਼ਵਾਸ, ਇਹੋ ਜਿਹਾ ਸਾਡੇ ਅੰਦਰ ਨੇਚਾ ਹੋਣੀ ਦੇਖਣੀ ਚਾਹੁੰਦਾ ਹੈ। ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਚਮਤਕਾਰ ਹੋਣੇ ਆ, ਤਾਂ ਸਾਡੀਆਂ ਜ਼ਿੰਦਗੀਆਂ ਦੇ ਅੰਦਰ ਮੁਸ਼ਕਲਾਂ ਹੱਲ ਹੋਣੀਆਂ ਆ। ਔਰ ਜੇਕਰ ਕਹੀਏ ਵੀ ਅਸੀਂ ਸੰਡੇ ਵਾਲੇ ਦਿਨ ਚਰਚ ਚਲੇ ਗਏ, ਘੰਟਾ ਉੱਤੇ ਵਚਨ ਸਿੱਖਿਆ, ਹੋ ਸਕਦਾ 2 ਘੰਟੇ ਗਾਣੇ ਵੀ ਗਾ ਲਿਆ ਹੋਣਗੇ, ਘਰ ਆਣ ਕੇ ਖਤਮ। परमेश्वर ने सानू दसिया कि हर रोज हर हाल दे विच परमेश्वर का धन्नवाद करना, चाहे 2 बार, चाहे 4 बार, चाहे 5 बार, किसी को असीं कंपैल नहीं करते। पर सवेर शाम की प्रार्थना जिहड़ी एक धर्मी बंदे की प्रार्थना जिहड़ी आ, वो सवेर शाम अपने बच्चों के नाल, अपने परिवार के नाल, अपने माँ बाप के नाल, अपने बजुर्गों के नाल, अपनी धर्म पत्नी के नाल इकट्ठे मिल के करनी बहुत जरूरी है। और जो असीं मिल के सारे जने धन्नवाद करांगे तो साडे अंदर दिन पर दिन वो नेचा जिहड़ी आ राज दे दाणे जिन्नी दिन पर दिन बनती जाएगी। और मेरे अज़ीज़ो इन्हां वचनां नूं हमेशा अपनी जिंदगी दे विच जमा कर लेना। जिस तरह दाऊद नबी कहता कि खुदा तेरा वचन मैं अपने मन दे विच जमा कर लिया तां तेरे खिलाफ पाप ना करा। मेरे अज़ीज़ो अयूब नबी कहता मैं अपने बुल्लां तो कभी भी कोई पाप नहीं किया। मतलब कहने का कि मैं यहोवा परमेश्वर के खिलाफ कुड़कुड़ाया नहीं, बुड़बुड़ाया नहीं। और मेरे अज़ीज़ो जिहड़ी इसराइली कौम सी वो सिर्फ 40 दिन का सफ़र सीगा मिस्र तो लैके इसराइल तक, लेकिन उन्होंने 40 साल लग गए क्योंकि वो बुड़बुड़ाते रहे, वो खुदा के खिलाफ बुड़बुड़ाते रहे। जो असीं खुदा के खिलाफ बुड़बुड़ाने अपनी नेचा तो, अपने विश्वास तो डगमगाउने आ, जिन्ना साडा काम छेती होने वाला उन्नी वो देर ना हुंदा है। और कभी भी असीं अपनी नेचा तो, अपने विश्वास तो डगमगाउणा नहीं, डिगना नहीं, कभी भी खुदा नूं कुछ नहीं कहना। उन्होंने कहना कि हर रोज सारियां चीज़ां मिल के साडे लई भलाई ही पैदा करदियां हैं। और मेरे अज़ीज़ो इन्हां बच्चों नूं हमेशा अपने मन दे विच जमा रखना है। और दूसरा पॉइंट जिहड़ा सिर्फ राज दे दाणे उत्ते बोलना है कि मत्ती रसूल की किताब 13 बाब की 31 और 32 है पढ़नी है। उसने उन्होंने एक और दृष्टांत दे के कहा, प्रभु यीशु मसीह ने अपने चेलियां नूं एक और उदाहरण, मिसाल, दृष्टांत दे के कहा
ਪਰ ਸਵਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ, ਸਵਰਗ ਦਾ ਰਾਜ ਇੱਕ ਰਾਈ ਦੇ ਦਾਣੇ ਵਰਗਾ ਹੈ, ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ। ਆਪਣੇ ਖੇਤ ਵਿੱਚ ਬੀਜ ਦਿੱਤਾ। ਰਾਈ ਦਾ ਦਾਣਾ ਲੈ ਕੇ ਆਪਣੇ ਖੇਤ ਵਿੱਚ ਬੀਜ ਦਿੱਤਾ। ਹਾਂਜੀ, ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ, ਉਹ ਸਭ ਬੀਜਾਂ ਨਾਲੋਂ ਛੋਟਾ ਹੈ, ਪਰ ਜਦ ਉਗਦਾ ਹੈ ਪਰ ਜਦੋਂ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੱਡਾ ਹੁੰਦਾ ਹੈ, ਉਹ ਸਬਜ਼ੀਆਂ ਨਾਲੋਂ ਵੀ ਬਹੁਤ ਵੱਡਾ ਹੋ ਜਾਂਦਾ ਹੈ। ਔਰ ਰੁੱਖ ਜਿਹਾ ਹੋ ਜਾਂਦਾ ਹੈ। ਇੱਕ ਵੱਡਾ, ਇੱਕ ਰੁੱਖ ਦੀ ਤਰ੍ਹਾਂ, ਰੁੱਖ ਨਹੀਂ ਗਾ ਪਰ ਰੁੱਖ ਦੀ ਤਰ੍ਹਾਂ ਬਣ ਜਾਂਦਾ, ਮਤਲਬ ਦਰਖਤ ਦੀ ਤਰ੍ਹਾਂ ਬਣ ਜਾਂਦਾ ਹੈ ਕਿ ਆਕਾਸ਼ ਦੇ ਪੰਛੀ ਆਣ ਕੇ ਉਹਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਹਨ। ਆਕਾਸ਼ ਦੇ ਪੰਛੀ ਉਹਦੀਆਂ ਟਹਿਣੀਆਂ ਦੇ ਉੱਤੇ ਆਣ ਕੇ ਬਸੇਰਾ ਕਰਦੇ ਹਨ। ਹੋ ਗਏ ਹਾਂਜੀ ਬੱਤੀ ਦਾ? ਹਾਂਜੀ, ਬੱਤੀ ਵੀ ਜੀ। ਹੁਣ ਮੈਂ ਇਸ ਗੱਲ ਦੇ ਉੱਤੇ ਗੌਰ ਕੀਤੀ, ਇਧਰਲੇ ਪਾਸੇ ਰਾਈ ਦੇ ਦਾਣੇ ਜਿਹੀ ਨਿੱਚ ਹੈ, ਇਧਰਲੇ ਪ੍ਰਭੂ ਯਿਸੂ ਮਸੀਹ ਇੱਕ ਦ੍ਰਿਸ਼ਟਾਂਤ ਦੇ ਰਿਹਾ ਕਿ ਵੀ ਇੱਕ ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ ਦੇ ਰਿਹਾ ਵੀ ਉਹ ਇੱਕ ਖੇਤ ਵਿੱਚ ਜਦੋਂ ਉਹਦਾ ਬੀਜ ਬੀਜਿਆ ਗਿਆ, ਉਹ ਬਹੁਤ ਵੱਡਾ ਇੱਕ ਦਰਖਤ ਨਹੀਂ ਕਹਿ ਸਕਦੇ, ਦਰਖਤ ਵਾਂਗੂ ਵੱਡਾ ਹੋ ਗਿਆ ਔਰ ਆਕਾਸ਼ ਦੇ ਪੰਛੀ ਉਹਦੇ ਉੱਤੇ ਆਣ ਕੇ ਰਹਿਣ ਬਸੇਰਾ ਕਰਦੇ ਸੀ, ਮਤਲਬ ਰਹਿੰਦੇ ਸੀਗੇ। ਹੁਣ ਆਪਾਂ ਇਹ ਦੇਖਣਾ ਵੀ ਇੱਥੇ ਰਾਈ ਦੇ ਦਾਣੇ ਦਾ ਕੀ ਮਤਲਬ ਹੈ। ਇਹ ਜਿਹੜਾ ਰਾਈ ਦਾ ਦਾਣਾ ਇੱਥੇ ਦੱਸਦਾ ਆ ਖੇਤ ਵਿੱਚ ਬੀਜਿਆ ਗਿਆ, ਇਹ ਜਿਹੜਾ ਵਚਨ ਹੈ ਨਾ ਪ੍ਰਭੂ ਯਿਸੂ ਮਸੀਹ ਦਾ, ਇਹ ਸਾਡੇ ਮਨਾਂ ਦੇ ਅੰਦਰ ਬੀਜਿਆ ਜਾਂਦਾ ਹੈ। ਕਿਉਂਕਿ ਇਸੇ ਹੀ ਵਚਨ ਦੇ ਵਿੱਚ, ਇਸੇ ਚੈਪਟਰ ਦੇ ਵਿੱਚ ਆਉਂਦਾ 13 ਦੇ ਵਿੱਚ ਹੀ ਕਿ ਕੁਛ ਬੀਜ ਜਿਹੜਾ ਆ ਕੰਡਿਆਲੀ ਜ਼ਮੀਨ ਤੇ, ਕੁਛ ਪਥਰੀਲੀ ਜ਼ਮੀਨ ਤੇ ਔਰ ਕੁਛ ਉਪਜਾਊ ਜ਼ਮੀਨ ਤੇ ਡਿੱਗਿਆ। ਜਿਹੜਾ ਤਾਂ ਬੀਜ ਕੰਡਿਆਲੀ ਜ਼ਮੀਨ ਤੇ ਡਿੱਗਿਆ ਉਹ ਥੋੜਾ ਬਹੁਤ ਪਲਿਆ, ਉਹਨੇ ਜੜ ਨਹੀਂ ਫੜੀ, ਉਹਨੂੰ ਉੱਤੋਂ ਹੀ ਜਾਨਵਰ ਖਾ ਗਿਆ ਔਰ ਉੱਤੋਂ ਹੀ ਫੁੱਸ ਹੋ ਗਿਆ। ਇਸੇ ਤਰ੍ਹਾਂ ਮਤਲਬ ਕੁਛ ਇੱਕ ਲੋਕ ਆ ਜਿਹੜਾ ਪ੍ਰਭੂ ਦਾ ਵਚਨ ਥੋੜੇ ਸਮੇਂ ਲਈ ਸੁਣਦੇ ਆ, 2-4 ਦਿਨ 10 ਦਿਨ ਚੱਲਦੇ ਆ, ਫਿਰ ਉਹਨਾਂ ਦਾ ਚਾਹ ਮਿੱਠਾ ਹੋ ਜਾਂਦਾ, ਉਹ ਠੀਕ ਹੈ ਜੀ ਆਪਣੇ ਕੋਲ ਇੰਨਾ ਟਾਈਮ ਨਿਕਲਦਾ ਸੀ, ਠੀਕ ਹੈ, ਉਹ ਖਤਮ। ਕੁਛ ਇੱਕ ਵਚਨ ਆ ਜਿਹੜਾ ਪਥਰੀਲੀ ਜ਼ਮੀਨ ਤੇ ਡਿੱਗਦਾ। ਪਥਰੀਲੀ ਜ਼ਮੀਨ ਵਾਲਿਆਂ ਦਾ ਵੀ ਇਹੀ ਹਾਲ ਆ, ਕਿਉਂਕਿ ਉਹ ਵਚਨ ਜਿਹੜਾ ਆ ਬੀਜ ਆ ਉਹ ਜੜ ਨਹੀਂ ਫੜਦਾ, ਉਹਨੂੰ ਆਣ ਕੇ ਜਾਨਵਰ ਲੈ ਜਾਂਦੇ ਆ, ਉਹ ਕਿਸੇ ਵੀ ਤਰ੍ਹਾਂ ਪੈਦਾ ਹੀ ਨਹੀਂ ਹੁੰਦਾ। ਜਦੋਂ ਤੱਕ ਅਸੀਂ ਮਸੀਹ ਦੇ ਵਿੱਚ ਜੜ ਨਹੀਂ ਫੜਦੇ ਉਨੀ ਦੇਰ ਤੱਕ ਰਾਈ ਦਾ ਦਾਣਾ ਜਿਹੜਾ ਸਾਡੇ ਅੰਦਰ ਉਹ ਦਰਖਤ ਨਹੀਂ ਬਣਨਾ। ਔਰ ਦੂਸਰੀ ਗੱਲ ਜਦੋਂ ਇਹਦੇ ਵਿੱਚ ਲਿਖੀ ਗਈ ਕਿ ਜਦੋਂ ਵੱਡਾ ਇੱਕ ਦਰਖਤ ਬਣ ਗਿਆ ਤਾਂ ਉਹਦੇ ਉੱਤੇ ਪੰਛੀ ਆਣ ਕੇ ਰਹਿਣ ਬਸੇਰਾ ਮਤਲਬ ਰਹਿੰਦੇ ਸੀਗੇ, ਕਰਦੇ ਸੀਗੇ। ਹੁਣ ਇੱਥੇ ਦਾ ਕੀ ਮਤਲਬ ਆ? ਸੋ ਮੈਨੂੰ ਪਵਿੱਤਰ ਆਤਮਾ ਨੇ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਕਿ ਇਹ ਕੋਈ ਜ਼ਰੂਰੀ ਨਹੀਂਗਾ ਵੀ ਆਪਾਂ ਸਾਰੇ ਲੋਕ ਪਾਦਰੀ ਬਣ ਜਾਈਏ, ਸਾਰੇ ਲੋਕ ਇਵੈਂਜਲਿਸਟ ਬਣ ਜਾਣ। ਮੰਨ ਲਓ ਵੀ ਸ਼ੀਲਾ ਭਾਬੀ ਦੀ ਗਵਾਹੀ ਦੇ ਨਾਲ ਜੇ ਅਗਰ 50 ਲੋਕ ਇਹਨਾਂ ਦੀ ਗਵਾਹੀ ਸੁਣ ਕੇ ਬਚਾਏ ਜਾਣ ਤਾਂ ਉਹ ਵਚਨ ਕਿੰਨੇ ਲੋਕਾਂ ਤੱਕ ਫੈਲ ਗਿਆ। ਜਾਂ ਬਬਲੀ ਭੈਣ ਜੀ ਦੀ ਗਵਾਹੀ ਦੇ ਨਾਲ, ਬਬਲੀ ਭੈਣ ਜੀ ਦੇ ਖੜੇ ਹੋਣ ਦੇ ਨਾਲ, ਕੁਝ ਵਚਨ ਕਹਿਣ ਦੇ ਨਾਲ 50 ਲੋਕਾਂ ਤੇ ਅਸਰ ਹੋ ਗਿਆ। ਉਹ ਵਚਨ ਕਿੰਨੇ ਲੋਕਾਂ ਦੇ ਜ਼ਿੰਦਗੀ ਦੇ ਅੰਦਰ ਗਿਆ, ਉਹਨਾਂ ਨੇ ਮਤਲਬ ਗੌਰ ਕੀਤੀ ਵੀ ਜਦ ਇਹਨਾਂ ਨਾਲ ਏਦਾਂ ਹੋ ਸਕਦੀ ਤਾਂ ਸਾਡੇ ਨਾਲ ਕਿਉਂ ਨਹੀਂ ਹੋਊਗੀ। ਜਦ ਇਹਨਾਂ ਦੇ ਦਿਨ ਬਦਲ ਸਕਦੇ, ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਤੌਬਾ ਕਰੋ ਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ, ਤਾਂ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਮੇਰੇ ਜਦੋਂ ਜਦ ਇਹਨਾਂ ਦੇ ਦਿਨ ਬਦਲ ਸਕਦੇ ਆ ਤਾਂ ਸਾਡੇ ਦਿਨ ਕਿਉਂ ਨਹੀਂ ਬਦਲਣਗੇ? ਜਦੋਂ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਉਹ ਜਿਹੜਾ ਪਹਾੜ ਸੀਗਾ ਦੁੱਖਾਂ ਦਾ, ਮੁਸੀਬਤਾਂ ਦਾ, ਬਿਮਾਰੀ ਦਾ, ਦੁੱਖ ਦਾ, ਸੰਕਟ ਦਾ, ਕਲੇਸ਼ ਦਾ ਜਾਂ ਦੂਸਰੀਆਂ ਪਰਸਨਲ ਪ੍ਰੋਬਲਮ ਦਾ ਉਹ ਹਟ ਗਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਕਿਉਂ ਨਹੀਂ ਹਟੂਗਾ? ਔਰ ਮੇਰੇ ਅਜ਼ੀਜ਼ੋ, ਇਹ ਉਹ ਬੀਜ ਆ, ਵਚਨ ਦਾ ਬੀਜ ਗਾਂ ਤੋਂ ਗਾਂ ਫੈਲਾਉਂਦੇ ਜਾਣਾ ਹੈ। ਔਰ ਉਹ ਵਚਨ ਜਿੱਦਾਂ ਮੰਨ ਲਓ ਕਿ ਊਸ਼ਾ ਭੈਣ ਦੇ ਅੰਦਰ ਇਹ ਵਚਨ ਜਿਹੜਾ ਚਲਾ ਗਿਆ, ਬਹੁਤ ਵੱਡੀ ਇਹਨਾਂ ਦੀ ਨਿਸ਼ਚਾ ਹੋ ਗਈ। ਇਹਨਾਂ ਨੇ 10 ਭੈਣਾਂ ਨੂੰ ਇਕੱਠਿਆ ਕੀਤਾ, ਜਾਂ ਮੰਨ ਲਓ ਪ੍ਰੇਮ ਭਾਜੀ ਹੁਣੇ ਆ, ਪਾਸਟਰ ਸਲੀਮ ਜੀ ਆ, ਇਹ ਆਪਣੀ ਗਵਾਹੀ ਜਗ੍ਹਾ ਜਗ੍ਹਾ ਜਾ ਕੇ ਦਿੰਦੇ ਆ, ਲੋਕਾਂ ਨੂੰ ਪ੍ਰਚਾਰ ਵੀ ਸੁਣਾਉਂਦੇ ਆ। ਔਰ ਇਹਨਾਂ ਦੀ ਗਵਾਹੀ ਦੇ ਨਾਲ, ਇਹਨਾਂ ਦੇ ਵਚਨ ਦੇ ਨਾਲ ਹੋਰ ਕਿੰਨੇ ਲੋਕ ਤਿਆਰ ਹੁੰਦੇ ਆ, ਉਹਨਾਂ ਦਾ ਜਿਹੜਾ ਵਿਸ਼ਵਾਸ ਆ ਪ੍ਰਭੂ ਯਿਸੂ ਮਸੀਹ ਦੇ ਉੱਤੇ ਬਣ ਜਾਂਦਾ ਆ। ਔਰ ਜਦੋਂ ਉਹ ਵਿਸ਼ਵਾਸ ਬਣ ਜਾਂਦਾ ਆ, ਉਹ ਜਦੋਂ ਉਹਨਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਆ ਤਾਂ ਉਹ ਇਹਨਾਂ ਨੂੰ ਫੋਨ ਕਰਦੇ, ਊਸ਼ਾ ਭੈਣ ਨੂੰ ਫੋਨ ਕਰਦੇ, ਬਬਲੀ ਭੈਣ ਨੂੰ ਫੋਨ ਕਰਦੇ, ਸ਼ੀਲਾ ਭਾਬੀ ਨੂੰ, ਭਾਜੀ ਪ੍ਰੇਮ ਨੂੰ ਫੋਨ ਕਰਦੇ
ਵੀ ਸਾਨੂੰ ਦੱਸੋ ਅੱਜ ਇਦਾਂ ਦੀ ਮੁਸ਼ਕਲ ਹੋਈ। ਇਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਮਿਲ ਕੇ ਦੁਆ ਕਰਦੇ ਹਾਂ, ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਜਿੱਥੇ ਮੇਰੇ ਨਾਂ ਦੇ ਵਿੱਚ 2 ਜਾਂ 3 ਇੱਕ ਮਨ ਹੋਣਗੇ, ਮੈਂ ਉਹਨਾਂ ਦੇ ਵਿੱਚ ਮੌਜੂਦ ਹਾਂ। ਔਰ ਜਦੋਂ ਦੋਨਾਂ ਤਿੰਨਾਂ ਬੰਦਿਆਂ ਦੀ ਗਵਾਹੀ ਹੋ ਗਈ, ਇੱਕ ਮਨ ਹੋ ਕੇ ਇਹਨਾਂ ਨੇ ਪ੍ਰਾਰਥਨਾ ਕੀਤੀ, ਉਹ ਮਸਲਾ ਹੱਲ ਹੋ ਗਿਆ। ਔਰ ਇਹ ਆ ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ ਕਿ ਉਹ ਉਪਜਾਊ ਜ਼ਮੀਨ ਦੇ ਵਿੱਚ ਕਿੱਦਾਂ, ਸਾਡੇ ਦਿਲ ਵਾਲੀ ਜ਼ਮੀਨ ਦੇ ਅੰਦਰ ਉਹ ਕਿੱਦਾਂ ਵੱਡਾ ਹੋ ਗਿਆ। ਬਹੁਤ ਵੱਡੀ ਨੇਚਰ ਜਦੋਂ ਸਾਡੀ ਬਣ ਜਾਂਦੀ ਆ ਤਾਂ ਉਦੋਂ ਵੱਡੇ ਤੋਂ ਵੱਡੇ ਮਸਲੇ ਜਿਹੜੇ ਆ ਉਹ ਹੱਲ ਹੋ ਜਾਂਦੇ। ਮੈਂ ਤੁਹਾਨੂੰ ਇੱਕ ਗਵਾਹੀ ਦੱਸਦਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਟੈਸਟੀਮਨੀ ਸੁਣ ਰਿਹਾ ਸੀਗਾ, ਇਹ ਆਪਣੇ ਇੱਥੇ ਏਰੀਏ ਦੇ ਪਾਸਟਰ JN ਬਾਜਵਾ, ਜਿਨ੍ਹਾਂ ਨੇ ਹਮ ਭਾਰਤੀ ਪਾਰਟੀ ਬਣਾਈ ਆ, ਅੱਜ ਕੱਲ੍ਹ ਉਹ ਪੋਲੀਟੀਕਲ ਲੀਡਰ ਵੀ ਆ। ਤੇ ਉਹਨਾਂ ਦੀ ਟੈਸਟੀਮਨੀ ਆ, ਇੱਕ ਲੇਡੀਜ਼ ਆ ਸਿੰਧੀ ਪਰਿਵਾਰ ਦੀ, ਉਹਨਾਂ ਦਾ ਇੱਕ ਬੱਚਾ ਆ 10-12 ਸਾਲ ਦਾ, ਬਹੁਤ ਅਮੀਰ ਲੋਕ ਆ, ਆਗਰੇ ਦੇ ਵਿੱਚ ਆ। ਉਹ ਬੱਚਾ ਮਤਲਬ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਮਰ ਗਿਆ। ਘਰ ਲੈਣ ਦਾ ਉਹਦੀ ਕਿਸੇ ਨੇ ਪੇਸ਼ੈਂਟ ਗੋਈ ਕੀਤੀ ਸੀਗੀ ਕਿ ਇਹ ਬੰਦਾ ਸੈਮੂਅਲ ਦੀ ਤਰ੍ਹਾਂ ਇਹ ਬੱਚਾ ਜਿਹੜਾ ਬਣੂਗਾ। ਔਰ ਜਦੋਂ ਉਹ ਬੱਚਾ ਮਰ ਗਿਆ, ਉਹਦੀ ਭੈਣ ਦਾ ਨਾਂ ਕਿਰਨ ਆ, ਜਿਹੜੀ ਕਿ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਰਹਿੰਦੀ ਆ। ਉਹਨੇ ਉਹਨੂੰ ਫੋਨ ਕੀਤਾ ਵੀ ਕਿੱਥੇ ਗਈਆਂ ਤੁਹਾਡੀਆਂ ਨਬੂਤਾਂ, ਕਿੱਥੇ ਗਏ ਪਾਦਰੀ ਸਾਹਿਬ ਦੇ ਸ਼ਬਦ ਜਿਹੜੇ ਕਹਿੰਦੇ ਸੀ ਕਿ ਇਹ ਬੱਚਾ ਇਸ ਤਰ੍ਹਾਂ ਹੋਊਗਾ, ਏਦਾਂ ਕਰੂਗਾ। ਤੇ ਉਹਦਾ ਜਿਹੜਾ ਸਹੁਰਾ ਆ ਉਸ ਲੇਡੀਜ਼ ਦਾ, ਉਹ ਵੀ ਇੱਕ ਲੀਡਰ ਆ ਹਿੰਦੂ ਸਮਾਜ ਦਾ, ਬਹੁਤ ਵੱਡਾ ਲੀਡਰ ਆ। ਪਤਾ ਨਹੀਂ ਕਿੰਨੇ ਲੋਕ ਉਹਦੇ ਨਾਲ ਅਟੈਚ ਆ। ਉਹ ਕਹਿੰਦਾ ਅਸੀਂ ਇਹ ਕਰ ਹੀ ਨਹੀਂ ਸਕਦੇ। ਉਹ ਕਹਿ ਰਿਹਾ ਹੈ ਕਿ ਵੀ ਚਲੋ ਟਾਈਮ ਹੋ ਗਿਆ, ਜਦੋਂ ਹੁਣ ਬੱਚੇ ਨੂੰ ਡੈਡ ਕਰ ਦਿੱਤਾ, ਹਸਪੀਟਲ ਵਾਲੇ ਨੇ ਜਵਾਬ ਕਹਿ ਦਿੱਤਾ ਵੀ ਇਹ ਡੈਡ ਆ, ਇਹਨੂੰ ਜਾ ਕੇ ਦਾ ਅੰਤਿਮ ਸੰਸਕਾਰ ਕਰੋ। ਲੇਕਿਨ ਉਹ ਲੇਡੀਜ਼ ਅੰਤਿਮ ਸੰਸਕਾਰ ਨਹੀਂ ਕਰ ਰਹੇ। ਔਰ ਉਹਦੀ ਗਵਾਹੀ, ਉਹਨਾਂ ਨੂੰ ਜਿਹੜੀ ਗਵਾਹੀ ਸੀਗੀ, ਉਹਨਾਂ ਦੀ ਜਿਹੜੀ ਰੋਲ ਮਾਡਲ ਸੀਗੀ, ਜਿਹੜੀ ਉਹਨਾਂ ਨੂੰ ਗਾਈਡ ਕਰਨ ਵਾਲੀ ਸੀ, ਉਹ ਅਮਰੀਕਾ ਦੇ ਵਿੱਚ ਸੀਗੀ। ਉਹ ਕਹਿੰਦੀ, ਹੇ ਭੈਣ, ਤੂੰ ਵਿਸ਼ਵਾਸ ਕਰ, ਨਿਹਚਾ ਕਰ, ਤੇਰਾ ਲੜਕਾ ਮਰਿਆ ਹੋਇਆ ਜਿੰਦਾ ਹੋਊਗਾ। ਔਰ ਜਦੋਂ ਉਹਨੇ ਉਹਦੇ ਨਾਲ ਤਾਨੇ ਮਾਰੇ, ਉਹਦੇ ਨਾਲ ਗੱਲਬਾਤ ਕੀਤੀ, ਔਰ ਉਹ ਕਹਿੰਦੀ ਕਿ ਮੈਂ ਬਾਈਬਲ ਛੱਡ ਦਊਂਗੀ ਜੇਕਰ ਇਹ ਬੱਚਾ ਜਿੰਦਾ ਨਾ ਹੋਵੇ, ਮੈਂ ਮਸੀਹ ਧਰਮ ਨੂੰ ਛੱਡ ਦਊਂਗੀ ਜੇਕਰ ਤੇਰਾ ਬੱਚਾ ਜਿੰਦਾ ਨਾ ਹੋਵੇ। ਇੱਧਰੋਂ ਤੂੰ ਘੁੱਟਿਆਂ ਤੇ ਬੈਠ, ਇੱਧਰ ਮੈਂ ਘੁੱਟਿਆਂ ਤੇ ਬੈਠਾਂਗੇ। ਉਹ ਦੋਨੇ ਜਦੋਂ ਉਹ ਕਹਿੰਦੀ ਸੀ ਵੀ ਮੇਰੀ ਤਾਂ ਸਿਰਫ ਮੇਰਾ ਇਕਲੌਤਾ ਬੇਟਾ, ਸਾਡੀ ਤਾਂ ਦੁਨੀਆ ਹੀ ਇਹਦੇ ਨਾਲ ਆ। ਔਰ ਜਦੋਂ ਉਹਨਾਂ ਨੇ ਮਿਲ ਕੇ ਪ੍ਰਾਰਥਨਾ ਕੀਤੀ, ਔਰ ਸੱਚਮੁੱਚ ਉਹ ਲੇਡੀਜ਼ ਨੇ ਤੌਬਾ ਨਹੀਂ ਕੀਤੀ, ਉਹਨੇ ਕੋਈ ਬਪਤਿਸਮਾ ਨਹੀਂ ਲਿਆ, ਉਹਨੇ ਕੋਈ ਪਵਿੱਤਰ ਆਤਮਾ ਨਹੀਂ ਪਾਇਆ, ਕਿਸੇ ਪਾਦਰੀ ਨੇ ਦੁਆ ਨਹੀਂ ਕੀਤੀ, ਕਿਸੇ ਨੇ ਕੁਛ ਨਹੀਂ ਕੀਤੀ। ਦੋਨਾਂ ਭੈਣਾਂ ਨੇ ਮਿਲ ਕੇ ਦੁਆ ਕੀਤੀ। ਔਰ ਖੁਦਾ ਦਾ ਜਿਹੜਾ ਪਾਕ ਕਲਾਮ ਹੈ ਕਿ ਜਿੱਥੇ ਮੇਰੇ ਨਾਂ ਦੇ ਵਿੱਚ 2 ਜਾਂ 3 ਇੱਕ ਮਨ ਹੋਣਗੇ, ਮੈਂ ਉਹਨਾਂ ਦੇ ਵਿੱਚ ਮੌਜੂਦ ਆ। ਸੱਚਮੁੱਚ ਉਹਨਾਂ ਦੇ ਵਿਸ਼ਵਾਸ ਦੇ ਮੁਤਾਬਕ, ਉਹਨਾਂ ਦੀ ਨਿਹਚਾ ਦੇ ਮੁਤਾਬਕ ਉਹ ਬੱਚਾ ਜਿੰਦਾ ਹੋ ਗਿਆ। ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਆ ਉਹ ਨਿਹਚਾ, ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਜੇਕਰ ਕੋਈ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਪਹਾੜ ਇਹ ਰਸਤਾ ਛੱਡ ਜਾ, ਤੇ ਸਭ ਕੁਝ ਪਹਾੜ ਤੁਹਾਡਾ ਰਸਤਾ ਛੱਡ ਦੇਊਗਾ। ਔਰ ਜਦੋਂ ਉਹਨਾਂ ਨੇ ਮਿਲ ਕੇ ਪ੍ਰਾਰਥਨਾ ਕੀਤੀ, ਉਹ ਬੱਚੇ ਨੇ ਪੈਰ ਹਿਲਾਇਆ, ਉਹਨੇ ਪਿੱਛੇ ਮੁੜ ਕੇ ਦੇਖਿਆ, ਉਹਨੇ ਆਪਣੇ ਪਤੀ ਨੂੰ ਦੱਸਿਆ, ਉਹ ਕਹਿੰਦਾ ਤੈਨੂੰ ਉਦਾਂ ਹੀ ਫੀਲ ਹੁੰਦਾ। ਤੇ ਥੋੜੇ ਟਾਈਮ ਬਾਅਦ ਹੋਰ ਉਹਨਾਂ ਨੇ ਪ੍ਰਾਰਥਨਾ ਕੀਤੀ, ਉਹ ਬੱਚਾ ਉੱਠ ਕੇ ਬੈਠ ਗਿਆ। ਔਰ ਇੰਨੀ ਵੱਡੀ, ਇੰਨੀ ਜ਼ਬਰਦਸਤ ਉਹਦੀ ਗਵਾਹੀ ਆ, ਜੇ ਮੌਕਾ ਮਿਲਿਆ ਤਾਂ ਮੈਂ ਤੁਹਾਨੂੰ ਜ਼ਰੂਰ ਸੁਣਾਊਂਗਾ। ਮੈਂ ਆਪਣੇ ਕੋਲੋਂ ਨਹੀਂ ਕੁਝ ਵੀ ਕਹਿਣਾ। ਬਾਜਵਾ ਸਾਹਿਬ ਨਾਲ ਮੈਂ ਮਿਲ ਕੇ ਬਾਅਦ 'ਚ ਉਹਨਾਂ ਨੇ ਗੱਲਬਾਤ ਵੀ ਕੀਤੀ। ਉਹ ਕਹਿੰਦਾ ਬਹੁਤ ਅੱਗੇ ਆ ਜੀ, ਬਹੁਤ ਵਿਸ਼ਵਾਸ ਆ। ਔਰ ਆਗਰਾ ਦੇ ਵਿੱਚ ਉਹ ਜਗ੍ਹਾ ਜਾ ਕੇ ਲੇਡੀਜ਼ ਗਵਾਹੀ ਦਿੰਦੀ, ਔਰ ਉਹਦੀ ਗਵਾਹੀ ਦੇ ਨਾਲ ਹੀ ਇੰਨੇ ਲੋਕ ਕਾਇਲ ਹੋ ਜਾਂਦੇ ਆ ਕਿ ਜਿਹੜਾ ਵਚਨ ਆ ਕਿ ਜੇਕਰ ਕੋਈ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਪਹਾੜ ਇਹ ਰਸਤਾ ਛੱਡ ਜਾ, ਤੇ ਸੱਚਮੁੱਚ ਉਹ ਪਹਾੜ ਤੁਹਾਡਾ ਰਸਤਾ ਛੱਡ ਜਾਊਗਾ। ਇੱਕ ਮਰਿਆ ਹੋਇਆ ਬੱਚਾ ਉਹਦੇ ਵਿਸ਼ਵਾਸ ਦੇ ਨਾਲ ਜਿੰਦਾ ਹੋ ਗਿਆ। ਇੱਕ ਮਰਿਆ ਹੋਇਆ ਬੱਚਾ ਉਹਦੀ ਨਿਹਚਾ ਦੇ ਨਾਲ ਜਿੰਦਾ ਹੋ ਗਿਆ। ਮੇਰੇ ਅਜ਼ੀਜ਼ੋ, ਅੱਜ ਖੁਦਾ ਇਹੋ ਜਿਹੀ ਤੁਹਾਡੇ ਅੰਦਰੋਂ ਨਿਹਚਾ ਚਾਹੁੰਦੇ ਆ, ਤਾਂ ਹੀ ਤੁਹਾਡੇ ਮਸਲੇ, ਤੁਹਾਡੀਆਂ ਬਿਮਾਰੀਆਂ, ਤੁਹਾਡੇ ਦੁੱਖ, ਤੁਹਾਡੇ ਸੰਕਟ, ਤੁਹਾਡੇ ਘਰਾਂ ਦੇ ਵਿੱਚ ਜਿਹੜੀ ਬੇਬਰਕਤੀ ਆ, ਬੱਚਿਆਂ ਨੂੰ ਸਫਲਤਾ ਨਹੀਂ ਮਿਲ ਰਹੀ, ਇਹ ਤਾਂ ਹੀ ਸਾਰਾ ਕੁਝ ਹੱਲ ਹੋਣਾ ਹੈ। ਅੱਜ ਖੁਦਾ ਤੁਹਾਨੂੰ ਕਹਿ ਰਿਹਾ ਕਿ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ। ਜੇਕਰ ਕੋਈ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਇਹ ਪਹਾੜ ਇਹ ਰਸਤਾ ਛੱਡ ਜਾ, ਤੇ ਸੱਚਮੁੱਚ ਉਹ ਪਹਾੜ ਤੁਹਾਡਾ ਰਸਤਾ ਛੱਡ ਜਾਊਗਾ। ਦੂਸਰਾ ਵਚਨ ਜਿਹੜਾ ਆਪਾਂ ਮਤੀ ਰਸੂਲ ਦੀ ਕਿਤਾਬ 13 ਬਾਬ ਦੀ 31 ਔਰ 32 ਆਇਤ ਪੜ੍ਹੀ ਆ, ਉਹਦੇ ਵਿੱਚ ਕਿਹਾ ਕਿ ਉਹ ਜਿਹੜਾ ਰਾਈ ਦਾ ਦਾਣਾ ਸੀਗਾ ਬਹੁਤ ਵੱਡਾ ਦਰਖਤ ਬਣ ਗਿਆ, ਔਰ ਉਹਦੇ ਉੱਤੇ ਆਣ ਕੇ ਪੰਛੀ ਜਿਹੜਾ ਰਹਿਣ ਬਸੇਰਾ ਕਰਦੇ ਸੀਗੇ। ਔਰ ਮੈਂ ਚਾਹੁੰਦਾ
ਕਿ ਉਹ ਵਚਨ, ਉਹ ਰਾਜ ਦੇ ਦਾਣੇ ਜਿਨ੍ਹਾਂ ਬੀਜ ਅੱਜ ਤੁਹਾਡੀਆਂ ਦਿਲਾਂ ਦੀ ਉਪਜਾਊ ਜ਼ਮੀਨ ਦੇ ਉੱਤੇ ਡਿੱਗੇ ਔਰ ਇੱਕ ਦਰਖਤ ਬਣ ਜਾਏ, ਔਰ ਦੂਸਰੇ ਲੋਕ ਤੁਹਾਡੇ ਕੋਲ ਸਿੱਖਿਆ ਲੈ ਕੇ ਤੁਹਾਡੀ ਗਵਾਹੀ ਦੇ ਨਾਲ, ਤੁਹਾਡੇ ਵਚਨ ਦੇ ਨਾਲ, ਤੁਹਾਡੇ ਵਿਸ਼ਵਾਸ ਦੇ ਨਾਲ, ਤੁਹਾਡੀ ਨਿਹਚਾ ਦੇ ਨਾਲ ਉਹ ਸਾਰੇ ਲੋਕ ਬਚਾਏ ਜਾਣ। ਕਿਉਂਕਿ ਖੁਦਾ ਦੇ ਪਾਕ ਕਲਾਮ ਤੇ ਲਿਖਿਆ ਕਿ ਤੂੰ ਬਚ ਤਾਂ ਤੇਰਾ ਘਰਾਨਾ ਬਚਾਇਆ ਜਾਵੇਗਾ। ਮੇਰੇ ਅਜ਼ੀਜ਼ੋ, ਅੱਜ ਤੁਸੀਂ ਆਪਣੇ ਸਮਾਜ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਗੁਆਂਢੀਆਂ ਨੂੰ ਇਸ ਰਾਜ ਦੇ ਦਾਣੇ ਜਿੰਨੇ ਵਿਸ਼ਵਾਸ ਦੇ ਨਾਲ ਉਹਨਾਂ ਦੇ ਮਰੇ ਹੋਏ ਵਿਸ਼ਵਾਸ ਨੂੰ ਜਿੰਦਾ ਕਰਨਾ ਹੈ। ਔਰ ਮੇਰੇ ਅਜ਼ੀਜ਼ੋ, ਇਹ ਰਾਜ ਦੇ ਦਾਣਾ ਜਿੰਨਾ ਵਿਸ਼ਵਾਸ ਹੈ ਜਿਹੜਾ ਮੈਨੂੰ ਖੁਦਾ ਨੇ ਬਾਪ ਨੇ ਪਿਛਲੇ ਦਿਨਾਂ ਤੋਂ ਇਹ ਸਿਖਾਇਆ ਕਿ ਸਿੰਪਲ ਤੋਂ ਸਿੰਪਲ ਵਚਨ ਦੇ ਕੇ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਵਚਨ ਸਿਖਾਉਣਾ ਔਰ ਇਹਨਾਂ ਦੇ ਮਨ ਦੇ ਅੰਦਰ ਇਸ ਤਰ੍ਹਾਂ ਵਚਨ ਫਿੱਟ ਕਰਨਾ ਕਿ ਕਦੀ ਵੀ ਇਹ ਡੋਲਣ ਨਾ। ਔਰ ਅੱਜ ਤੋਂ ਬਾਅਦ ਕਦੀ ਵੀ ਤੁਸੀਂ ਕਿਸੇ ਗੱਲ ਤੋਂ ਡੋਲਣਾ ਨਹੀਂ। ਆਪਣਾ ਸਾਰਾ ਗਮ, ਬੋਝ, ਆਪਣੀ ਸਾਰੀ ਚਿੰਤਾ ਯਹੋਵਾ ਪਰਮੇਸ਼ਵਰ ਦੇ ਉੱਤੇ ਸਿੱਟ ਦਿਓ, ਕਿਉਂ ਜੋ ਉਸ ਨੂੰ ਤੁਹਾਡਾ ਫਿਕਰ ਹੈ। ਮੇਰੇ ਅਜ਼ੀਜ਼ੋ, ਖੁਦਾ ਤੁਹਾਨੂੰ ਕਹਿ ਰਿਹਾ ਕਿ ਹੇ ਦੁਨੀਆ ਦੇ ਥੱਕੇ ਮਨ ਦੇ ਬੋਝ ਦੇ ਮਾਰੇ ਹੋਏ ਲੋਕੋ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਔਰ ਹਰ ਤਰ੍ਹਾਂ ਦਾ ਆਰਾਮ, ਇਹ ਦੁਨਿਆਵੀ ਆਰਾਮ ਔਰ ਆਤਮਿਕ ਆਰਾਮ ਵੀ ਦਊਗਾ। ਪ੍ਰਭੂ ਯਿਸੂ ਮਸੀਹ ਸਾਨੂੰ ਪਹਿਲੋਂ ਆਤਮਿਕ ਤੌਰ ਤੇ ਸਟਰੋਂਗ ਬਣਾਉਂਦਾ ਹੈ ਔਰ ਬਾਅਦ ਵਿੱਚ ਸਾਡੀਆਂ ਸਾਰੀਆਂ ਕਮੀਆਂ, ਘਟੀਆਂ, ਕਮਜ਼ੋਰੀਆਂ ਨੂੰ, ਸਾਡੀਆਂ ਸਾਰੀਆਂ ਸਰੀਰਕ ਚੰਗਾਈਆਂ ਨੂੰ ਵੀ ਸਾਨੂੰ ਉਹਦੇ ਤੇ ਵੀ ਸਟਰੋਂਗ ਬਣਾਉਂਦਾ, ਸਰੀਰਕ ਤੌਰ ਤੇ ਵੀ ਸਟਰੋਂਗ ਬਣਾਉਂਦਾ ਹੈ। ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਮਤੀ 6:33 ਕਿ ਪਹਿਲਾਂ ਮੇਰੇ ਧਰਮ ਤੇ ਸਵਰਗ ਰਾਜ ਦੀ ਤਲਾਸ਼ ਕਰੋ, ਦੁਨੀਆ ਦੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਪਰ ਮੇਰੇ ਜਦੋਂ ਕੋਈ ਵੀ ਬੰਦਾ ਸਵਰਗ ਔਰ ਧਰਮ ਰਾਜ ਦੀ ਤਲਾਸ਼ ਨਹੀਂ ਕਰ ਰਿਹਾ। ਹਰ ਬੰਦਾ ਕੋਈ ਨਾ ਕੋਈ ਆਪਣੀ ਪ੍ਰੋਬਲਮ ਦੇ ਵਿੱਚ ਫਸਿਆ ਪਿਆ। ਅੱਜ ਤੁਸੀਂ ਆਪਣੀਆਂ ਸਾਰੀਆਂ ਪ੍ਰੋਬਲਮ ਨੂੰ ਇੱਕ ਪਾਸੇ ਰੱਖ ਕੇ ਪ੍ਰਭੂ ਯਿਸੂ ਮਸੀਹ ਦੇ ਧਰਮ ਔਰ ਸਵਰਗ ਰਾਜ ਦੀ ਤਲਾਸ਼ ਕਰਨੀ ਹੈ ਤਾਂ ਆਟੋਮੈਟਿਕਲੀ ਸਾਰੇ ਤੁਹਾਡੇ ਜਿਹੜੇ ਮਸਲੇ ਆ, ਬਹੁਤ ਵੱਡੇ ਵੱਡੇ ਤੁਹਾਡੇ ਜਿਹੜੇ ਇਸ ਟਾਈਮ ਪ੍ਰੋਬਲਮ ਦੇ ਪਹਾੜ ਆ, ਉਹ ਸਾਰੇ ਪਹਾੜ ਯਿਸੂ ਮਸੀਹ ਦੇ ਜਿੰਦਾ ਜਲਾਲੀ ਨਾਮ ਦੇ ਵਿੱਚ ਕੈਂਸਲ ਹੋ ਜਾਣਗੇ। ਔਰ ਮੇਰੇ ਅਜ਼ੀਜ਼ੋ, ਅੱਜ ਇਸ ਵਚਨ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਇਹਨੂੰ ਜਮ੍ਹਾਂ ਕਰਨਾ ਹੈ ਕਿ ਜੇਕਰ ਕੋਈ ਰਾਜ ਦੇ ਦਾਣੇ ਜਿੰਨੇ ਵਿਸ਼ਵਾਸ ਨਾਲ ਪਹਾੜ ਨੂੰ ਕਹੂਗਾ ਇਹ ਪਹਾੜ ਪਿੱਛੇ ਹਟ ਜਾ, ਤਾਂ ਸੱਚਮੁੱਚ ਉਹ ਪਹਾੜ ਤੁਹਾਡਾ ਰਸਤਾ ਛੱਡ ਦੇਊਗਾ। ਸੋ ਖੁਦਾ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ। ਆਮੀਨ। ਗੋਡ ਬਲੈਸ ਯੂ।